संतां के कारज आप खलोया, संतां के कारज हर कम करावण आया राम। वाहिगुरु जी का खालसा, श्री वाहिगुरु जी की फतेह। जैसा तू तैसा तू ही, क्या उपमा दीजे। प्राकृतक साधना नूं जटाण, धरती आकाश ब्रह्मंड सूरज चंद तारिਆਂ ਨੂੰ ਬਣਾਉਣ ਵਾਲੀ एक अलौकिक शक्ति की उपमा कौन कर सकता है। हवा पानी फुल पत्तियां दा सिरजनहार, मोह खंभां विच रंग भरन वाला ये कलाकार जीव लई परमात्मा की बख्शिश करता है। पर्वतां विच झरने फटाउण वाला, मारूथलां विच रेत दे अंबार लाउण वाला, पत्थरां विच बनस्पति पैदा करन वाला, रुत्तां दिन रात ते मालक दी कला साडे मन दा दरवाजा खटखटाउंदी है कि उठ जाग पछाण कर इस कलाकृत सिरजनहार दी। सादा लिबास लोक विखावा नहीं, भेख कोई नहीं। सृष्टि विच बैठे दुनियावी अते परमार्थ दे पदार्थ दोवां हत्थां नाल वंडी जा रहे हन। साधु महात्मा किसी भी भेख विच होवे, भांडे दी समर्था अनुसार बख्शिशां नाल भरपूर करी जा रहे हन। वरत दे भंडारिਆਂ ਵਿੱਚੋਂ कुछ ਕੁ मात्र ਲੈਣ ਲਈ ਪਹੁੰਚੇ ਹਨ। एक ਸੰਨਿਆਸੀ ਸੰਪਰਦਾ ਵਿੱਚੋਂ महापुरख शंकरापुरी मंडली समेत तुंगवाली विच पहुँचे सन। निरंकारी प्रेरणा सदका मन दर्शनां लई प्रेरिया गया। पहुँच गए, संगत काफ़ी बैठी सी। मत्था टेकिया तो हजूर ने वचन किया, दर्शन करना है कि प्रश्न। महाराज दर्शन तो हो गए, प्रश्न बाकी है। स्वामी जी ने वचन किया, हाँ प्रश्न करो, हुक्म होया। हजूर इकल्लियां कोल करांगा। रात दे समय स्वामी जी प्रश्न अभेद रखना चाहुंदे सन। आपां रात हुण ही बना लैंदे हां। बाबा जी प्रश्न दे जवाब लई तत्पर सन। बैठी संगत नूं हुक्म कीता, दूर थल्ले जाके बैठ जाओ। स्वामी जी नूं अंदर कुटिया विच बुला लिया अते दरवाज़ा बंद कर लिया। हुक्म कीता, लै हो गई ना रात, हुण प्रश्न दसो। हुण गुप्त उत्तर प्रश्न हो रहे हन। निरंकार अभेदी परमार्थ दी विचार गोष्ठी कर रहे हन। समा लंघदा गया। एक घंटे बाद दरवाज़ा खुलिया कुटिया दा, पर उस तो पहला शंकरापुरी दे प्रश्न दा दरवाज़ा खुल गया सी। स्वामी जी आग्या लैके आपदे मार्ग वाल चल पे। रस्ते विच साधु मंडली ने विचार गोष्ठी बारे पुछया तो स्वामी जी ने जवाब दिता, संत रूप धार भगवान आप बैठे हन। कवित दी पहली पंक्ति साधुआं दा सवाल है, अगलियां दो पंक्तियां स्वामी जी दा जवाब है। तुहाडे मुख ते सरूर चेहरा होया नूरो नूर, कुछ वेख्या जरूर। अगे पुछे मंडली
ਕਵਿਤ ਦੀ ਪਹਿਲੀ ਪੰਕਤੀ ਸਾਧੂਆਂ ਦਾ ਸਵਾਲ ਹੈ। ਅਗਲੀਆਂ 2 ਪੰਕਤੀਆਂ ਸੁਆਮੀ ਜੀ ਦਾ ਜਵਾਬ ਹੈ। ਤੁਹਾਡੇ ਮੁਖ ਤੇ ਸਰੂਰ, ਚਿਹਰਾ ਹੋਇਆ ਨੂਰੋ ਨੂਰ, ਕੁਛ ਵੇਖਿਆ ਜ਼ਰੂਰ। ਅੱਗੇ ਪੁੱਛੇ ਮੰਡਲੀ, ਜਵਾਬ ਵੇਖਿਆ ਨਹੀਂ ਮਿਲਿਆ। ਕੋਲ ਹਿਰਦੇ ਦਾ ਖਿਲਿਆ, ਹੋਈ ਸਾਧਨਾ ਸਫਲ, ਜਿਹੜੀ ਸਾਦੀ ਸੀ ਅਖੰਡਲੀ। ਕਹਾਂ ਮੈਂ ਬਖਾਨੋ, ਕੁਛ ਕਹੇ ਨ ਆਵੇ। ਨ ਆਦ ਹੈ ਨ ਅੰਤ, ਐਸਾ ਤੇਜ ਪ੍ਰਚੰਡਲੀ। ਸੰਤ ਰੂਪ ਧਾਰ ਆਪ ਬੈਠਾ ਭਗਵਾਨ ਇਥੇ, ਜਿਨ੍ਹਾਂ ਪਰਸੇ ਚਰਨ ਤਿੰਨਾ ਮੁਕੀ ਜਮ ਡੰਡਲੀ। ਸ਼ੰਕਰਾਪੁਰੀ ਜੀ ਆਤਮਿਕ ਬਲ ਦੇ ਨਿਪੁੰਨ ਸਨ। ਆਪ ਜੀ ਨੇ ਲੇਖਕ ਦੇ ਪਿਤਾ ਨੂੰ ਬਚਨ ਪਹਿਲਾਂ ਕੀਤਾ ਸੀ ਕਿ ਆਪ ਭੁੱਚੋ ਬਾਬਾ ਜੀ ਦੀ ਸੇਵਾ ਵਿੱਚ ਰਹੋਗੇ। ਸਰਦਾਰ ਰਤਨ ਸਿੰਘ ਜੀ ਨੇ ਕਿਹਾ, ਸੁਆਮੀ ਜੀ ਮੈਨੂੰ ਤਾਂ ਉਹਨਾਂ ਦਾ ਪਤਾ ਟਿਕਾਣਾ ਨਹੀਂ। ਕਹਿਣ ਲੱਗੇ, ਸਮਾਂ ਆਉਣ 'ਤੇ ਸਭ ਪਤਾ ਲੱਗ ਜਾਏਗਾ। ਇਹ ਪ੍ਰਸੰਗ ਅੱਗੇ ਆਵੇਗਾ। ਜਦ ਸੇਵਾ ਵਿੱਚ ਆਏ ਤਾਂ ਕਿਸ ਤਰ੍ਹਾਂ ਆਏ। ਇਹ ਪ੍ਰਸੰਗ ਲੇਖਕ ਦੇ ਪਿਤਾ ਜੀ ਤੋਂ ਮਿਲਿਆ। ਆਪਣੀ ਸੇਵਾ ਆਪ ਕਰਾਈ, ਗੁਰਮਤਿ ਅੰਤਰ ਜਾਗੀ। ਸੰਸਾਰ ਅੰਦਰ ਵਿਚਰਨ ਵਾਲੇ ਜੀਵ ਨੂੰ 5 ਵਿਕਾਰਾਂ ਵੱਲੋਂ ਕੀਤੀ ਹਾਰ। ਮਹਾਂਪੁਰਖਾਂ ਦੇ ਦਰਵਾਜ਼ੇ ਅੱਗੇ ਜਾ ਖੜੀ ਕਰਦੀ ਹੈ। ਜਿੱਤ ਦੀ ਕਲਪਨਾ ਕਰਦਾ ਇਨਸਾਨ ਹੋਰ ਦਲਦਲ ਦੀ ਮਿੱਟੀ ਵਾਂਗ ਗਰਕਦਾ ਚਲਾ ਜਾਂਦਾ ਹੈ। ਭੁੱਲ ਜਾਂਦਾ ਹੈ ਪ੍ਰਭੂ ਦੀ ਹੋਂਦ ਨੂੰ। ਪਰ ਜਿਸ ਪ੍ਰਾਣੀ 'ਤੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ, ਉਸ ਦੀ ਅੰਤਰ ਜੋਤ ਗੁਰਮਤਿ ਸਦਕਾ ਜਾਗ ਉੱਠਦੀ ਹੈ। ਉਸ ਦਾ ਮਨ ਵਿਕਾਰਾਂ ਤੋਂ ਬੇਪਰਵਾਹ ਹੋ ਕੇ ਨਿਰੰਕਾਰੀ ਜੋਤ ਦੀ ਸੇਵਾ ਦੀ ਉਮੰਗ ਰੱਖਣ ਲੱਗਦਾ ਹੈ। ਫਿਰ ਪ੍ਰਭੂ ਦੀ ਅੰਤਰ ਪ੍ਰੇਰਨਾ ਨਾਲ ਸੇਵਾ ਦੀ ਉਮੰਗ ਰੱਖਣ ਲੱਗਦਾ ਹੈ। ਫਿਰ ਪ੍ਰਭੂ ਦੀ ਅੰਤਰ ਪ੍ਰੇਰਨਾ ਨਾਲ ਸੇਵਾ ਅੰਦਰ ਲੱਗ ਜਾਂਦਾ ਹੈ। ਸਰਦਾਰ ਭਾਗ ਸਿੰਘ ਪਿੰਡ ਜੱਸੀ ਵਾਲੀ ਦਾ ਰਹਿਣ ਵਾਲਾ ਇੱਕ ਸਧਾਰਨ ਕਿਸਾਨ ਸੀ। ਇਸ ਨੂੰ ਅਸਾਧ ਰੋਗ ਲੱਗ ਗਿਆ। ਬਹੁਤ ਇਲਾਜ ਕਰਾਉਣ ਤੋਂ ਬਾਅਦ ਵੀ ਕੋਈ ਆਰਾਮ ਨਾ ਆਇਆ। ਕਿਸੇ ਆਦਮੀ ਨੇ ਸਲਾਹ ਦਿੱਤੀ ਕਿ ਪੁੱਛੋ ਵਾਲੇ ਮਹਾਂਪੁਰਖਾਂ ਕੋਲ ਬੇਨਤੀ ਕਰਕੇ ਦੇਖ ਲਓ, ਕਿਧਰੇ ਮਿਹਰ ਦੀ ਨਿਗਾਹ ਪੈ ਜਾਵੇ। ਸਰੋਤ ਸੁਣਦਿਆਂ ਹੀ ਪੁੱਛੋ ਪਹੁੰਚ ਗਿਆ। ਨਮਸਕਾਰ ਕਰਨ ਉਪਰੰਤ ਦੁੱਖ ਤਕਲੀਫ ਹਜ਼ੂਰ ਅੱਗੇ ਦੱਸੀ। ਦੀਨ ਦਿਆਲ ਪਾਤਸ਼ਾਹ ਨੇ ਇਸ ਨੂੰ ਮੱਟੀ ਦਾ ਜਲ ਛਕਾਇਆ ਅਤੇ ਸ਼ਰ੍ਹਾ ਕਰੀ ਤਾਂ ਤਕਲੀਫ ਉਸੇ ਸਮੇਂ ਦੂਰ ਹੋ ਗਈ। 2 ਦਿਨ ਇੱਥੇ ਰਹਿਣ ਤੋਂ ਬਾਅਦ ਭਾਗ ਸਿੰਘ ਨੇ ਆਗਿਆ ਮੰਗੀ। ਬਾਬਾ ਜੀ ਨੇ ਵਚਨ ਕੀਤਾ, ਇਹ ਤੇਰਾ ਕਿਸੇ ਜਨਮ ਦਾ ਪਾਪ ਫਲ ਸੀ ਜੋ ਰੋਗ ਦੇ ਰੂਪ ਵਿੱਚ ਲੱਗਿਆ ਸੀ। ਹੁਣ ਸੇਵਾ ਕਰਕੇ ਪੁੰਨ ਵਧਾ ਲਓ। ਭਾਗ ਸਿੰਘ ਸਤ ਵਚਨ ਕਹਿ ਕੇ ਸੇਵਾ ਵਿੱਚ ਲੱਗ ਗਿਆ। ਕਈ ਸਾਲ ਸੇਵਾ ਕਰਦਾ ਰਿਹਾ। ਇੱਕ ਦਿਨ ਭਾਗ ਸਿੰਘ ਸੇਵਾ ਵਿੱਚ ਬਾਬਾ ਜੀ ਦੇ ਆਸਣ ਕੋਲ ਬੈਠਾ ਸੀ। ਅਚਾਨਕ ਬਾਬਾ ਜੀ ਉੱਠ ਕੇ ਖੜੇ ਹੋ ਗਏ ਤੇ ਵਚਨ ਕਰਨ ਲੱਗੇ, ਹਰੇ ਹਰੇ। ਇਸ ਤਰ੍ਹਾਂ ਕਈ ਵਾਰ ਕੀਤਾ ਤਾਂ ਭਾਗ ਸਿੰਘ ਨੇ ਬੇਨਤੀ ਕਰ ਦਿੱਤੀ, ਮਹਾਰਾਜ ਇਹ ਕੀ ਕੌਤਕ ਹੈ, ਤੁਸੀਂ ਵਾਰ-ਵਾਰ ਹਰੇ ਹਰੇ ਖੜੇ ਹੋ ਕੇ ਜਪਦੇ ਹੋ। ਬਾਬਾ ਜੀ ਨੇ ਬਚਨ ਕੀਤਾ, ਇਹ ਸਾਡੀ ਆਪਣੀ ਗੱਲ ਹੈ। ਭਾਗ ਸਿੰਘ ਚੁੱਪ ਕਰ ਗਿਆ। ਕੁਝ ਸਮੇਂ ਬਾਅਦ ਉਸ ਨੇ ਫੇਰ ਪੁੱਛਿਆ। ਆਪ ਨੇ ਫੇਰ ਚੁੱਪ ਕਰਾ ਦਿੱਤਾ।
ਵਾਰ-ਵਾਰ ਪੁੱਛਣ 'ਤੇ ਇੱਕ ਦਿਨ ਕਹਿਣ ਲੱਗੇ, ਤੂੰ ਬਹੁਤ ਜਿੱਦੀ ਹੈ, ਪੁੱਛਣੋਂ ਨਹੀਂ ਹਟਦਾ, ਅੱਜ ਤੈਨੂੰ ਅੱਖੀਂ ਦਿਖਾ ਦਿੰਦੇ ਹਾਂ। ਉਸ ਸਮੇਂ ਦੋ ਬੀਬੀਆਂ, ਬੀਬੀ ਸਾਹਿਬ ਕੌਰ ਦਾਦੂ ਮੱਠ ਵਾਲੀ, ਇੱਕ ਹੋਰ ਸੀ। ਬਾਬਾ ਜੀ ਨੇ ਹੁਕਮ ਕੀਤਾ, ਦੇਵੀ ਤੁਸੀਂ ਚਲੀਆਂ ਜਾਓ, ਅਸੀਂ ਆਪਣੀ ਲੀਲਾ ਕਰਨੀ ਹੈ। ਬੀਬੀਆਂ ਦੇ ਜਾਣ ਉਪਰੰਤ ਬਾਬਾ ਜੀ ਨੇ ਭਾਗ ਸਿੰਘ ਨੂੰ ਕੋਲ ਬੁਲਾ ਲਿਆ ਤੇ ਬਚਨ ਕੀਤਾ, ਲੈ ਦੇਖ ਲਵੀਂ ਜੋ ਦੇਖਣਾ ਚਾਹੁੰਦਾ ਹੈ, ਅਸੀਂ ਖੜੇ ਹੁੰਦੇ ਹਾਂ। ਬਾਬਾ ਜੀ ਦੇ ਖੜੇ ਹੋਣ ਤੋਂ ਪਹਿਲਾਂ ਭਾਗ ਸਿੰਘ ਕੀ ਦੇਖਦਾ ਹੈ ਕਿ ਹਾਥੀ ਘੋੜਿਆਂ ਉੱਤੇ ਸਵਾਰ ਰੱਥਾਂ ਵਿੱਚ ਬੇਅੰਤ ਲੋਕ ਆ ਰਹੇ ਹਨ। ਉਹ ਲੰਘ ਗਏ ਪਰ ਆਪ ਬੈਠੇ ਰਹੇ। ਪਿੱਛੋਂ ਬੜੇ ਹੀ ਅਚਰਜ ਸਰੂਪ, ਅਚਰਜ ਸਵਾਰੀ ਤੇ ਸਵਾਰ ਹੋ ਕੇ ਆ ਰਹੇ ਹਨ। ਬਾਬਾ ਜੀ ਖੜੇ ਹੋ ਕੇ ਮੁਖ ਤੋਂ ਬੋਲੇ, ਹਰੇ। ਇਸ ਤਰ੍ਹਾਂ ਦੁਪਹਿਰ ਤੋਂ ਸ਼ਾਮ ਤੱਕ ਚੱਲਦਾ ਰਿਹਾ। ਦਿਵ ਸਰਪ ਆਉਂਦਾ ਤਾਂ ਹਜੂਰ ਨੇ ਬਚਨ ਕੀਤਾ, ਦੇਖ ਲਿਆ ਕਿ ਅਜੇ ਹੋਰ ਦੇਖਣਾ ਹੈ। ਭਾਗ ਸਿੰਘ ਨੇ ਮਾਫੀ ਮੰਗੀ ਤੇ ਕਿਹਾ, ਮਹਾਰਾਜ ਤੁਹਾਡੀਆਂ ਤੁਸੀਂ ਹੀ ਜਾਣਦੇ ਹੋ, ਗਰੀਬ ਨਵਾਜ, ਸਾਨੂੰ ਕਲਯੁਗੀ ਜੀਵਾਂ ਨੂੰ ਕੀ ਪਤਾ ਹੈ। ਕਿਆ ਹਮ ਜੀ ਜੰਤ ਬੇਚਾਰੇ, ਬਰ ਨਾ ਸਾਕੇ ਏਕ ਰਮਾਈ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਫਰਿਆਦੀ ਲਈ ਹਾਕਮ ਪਰਮੇਸ਼ਰ ਦਾ ਸਰੂਪ ਹੁੰਦਾ ਹੈ। ਉਸ ਦੀ ਬੇਨਤੀ ਦਾ ਇਲਾਜ ਮਹਾਂਪੁਰਖਾਂ ਦਾ ਬਚਨ ਦਵਾਈ ਹੈ। ਸਾਧ ਸੰਗਤ ਵਿੱਚ ਕੀਤਾ ਮਹਾਂਪੁਰਖਾਂ ਦਾ ਬਚਨ ਅਮੋਲਕ ਮਹੱਤਤਾ ਰੱਖਦਾ ਹੈ। ਸਰੋਤਾ ਜਨ ਇਸ ਬ੍ਰਹਮ ਗਿਆਨ ਤੋਂ ਅਣਜਾਣ ਹੋਣ ਕਰਕੇ ਵਾਦ ਵਿਵਾਦ ਅੰਦਰ ਪੈ ਕੇ ਪ੍ਰਤੱਖ ਦੇਖਣਾ ਚਾਹੁੰਦਾ ਹੈ, ਪਰ ਇਹ ਅਭੇਦ ਸ਼ਕਤੀਆਂ ਪ੍ਰਤੱਖ ਤੋਂ ਕੰਨੀ ਕਤਰਾਉਂਦੀਆਂ ਹਨ। ਇਸੇ ਤਰ੍ਹਾਂ ਹੀ ਸਰੀਏ ਵਾਲੇ ਦਾ ਇੱਕ ਸਿੰਘ ਬਾਬਾ ਜੀ ਨਾਲ ਵਾਦ ਵਿਵਾਦਾਂ ਵਿੱਚ ਪੈ ਕੇ ਸਜ਼ਾ ਦਾ ਭਾਗੀ ਬਣਦਾ ਹੈ। ਸਿਰੀਏ ਵਾਲੇ ਪਿੰਡ ਦੀ ਸਾਖੀ ਆਪ ਪਹਿਲੇ ਹਿੱਸੇ ਵਿੱਚ ਪੜ੍ਹ ਚੁੱਕੇ ਹੋ। ਜਦੋਂ ਦੋ ਨੌਜਵਾਨਾਂ ਨੇ ਬਾਬਾ ਜੀ ਦੇ ਮੁਖ ਤੋਂ ਪੱਲਾ ਲਾਇਆ ਸੀ, ਉਸ ਗਲਤੀ ਦਾ ਅਹਿਸਾਸ ਕਰਕੇ ਉੱਥੋਂ ਦੀ ਪੰਚਾਇਤ ਬਾਬਾ ਜੀ ਦੀ ਭਾਲ ਕਰਦੀ ਰਹੀ। ਬਾਬਾ ਜੀ ਦੇ ਪੁੱਛੋ ਹੋਣ ਦੀ ਖਬਰ ਉਹਨਾਂ ਨੂੰ ਮਿਲ ਗਈ। ਭਾਈ ਨੱਥਾ ਸਿੰਘ, ਭਾਈ ਹਜ਼ਾਰਾ ਸਿੰਘ, ਭਾਈ ਮੇਘਾ ਸਿੰਘ ਅਤੇ ਮਾਈ ਪ੍ਰਤਾਪ ਕੌਰ ਬਾਬਾ ਜੀ ਦੇ ਚਰਨਾਂ ਵਿੱਚ ਪੁੱਛੋ ਪਹੁੰਚ ਹੁਕਮ ਅਨੁਸਾਰ ਟਿੱਲੇ ਉੱਪਰ ਪਹੁੰਚ ਗਏ। ਉਹਨਾਂ ਨੂੰ ਸਰੀਏ ਵਾਲੇ ਦਾ ਪੁਰਾਣਾ ਕਿੱਸਾ ਦੱਸ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਭੁੱਲ ਬਖਸ਼ਾਉਣ ਆਏ ਹਾਂ। ਹਜੂਰ ਨੇ ਉੱਤਰ ਵਿੱਚ ਫਰਮਾਇਆ, ਕੋਈ ਗੱਲ ਨਹੀਂ, ਸੁੱਧ ਹੈ। ਫਿਰ ਹੋਰ ਬਚਨ ਕਰਦੇ ਰਹੇ। ਇਹਨਾਂ ਵਿੱਚੋਂ ਇੱਕ ਸਿੰਘ ਨੇ ਪੁਰਾਣੀ ਗੱਲ 'ਤੇ ਵਾਦ ਵਿਵਾਦ ਸ਼ੁਰੂ ਕਰ ਦਿੱਤਾ। ਉਹ ਬੋਲੇ ਤੇ ਬਾਬਾ ਜੀ ਚੁੱਪ ਕਰ ਜਾਣ। ਬਾਬਾ ਜੀ ਫਿਰ ਬੋਲਣ ਤਾਂ ਉਹ ਬਚਨ ਵਿੱਚੋਂ ਹੀ ਕੱਟ ਦੇਵੇ। ਸਾਥੀਆਂ ਨੇ ਬੜਾ ਸਮਝਾਇਆ ਪਰ ਉਹ ਆਪਣੀ ਜਿੱਦ 'ਤੇ ਅੜਿਆ ਰਿਹਾ। ਜਦ ਚੁੱਪ ਨਾ ਕਰਿਆ ਤਾਂ ਬਾਬਾ ਜੀ ਨੇ ਬਚਨ ਕੀਤਾ, ਤੂੰ ਪਿਛਲੇ ਜਨਮ ਵਿੱਚ ਵੀ ਸਾਡੇ ਨਾਲ ਝਗੜਦਾ ਰਿਹਾ ਹੈ। ਉਹ ਫੇਰ ਬੋਲ ਉੱਠਿਆ, ਇਤਨਾ ਮੈਨੂੰ ਕੀ ਪਤਾ। ਹਜੂਰ ਨੇ ਪੱਟ ਨੰਗਾ ਕਰਕੇ ਦਿਖਾਇਆ ਤੇ ਬਚਨ ਕੀਤਾ, ਤੂੰ ਸਾਡੇ ਕੁਹਾੜੀ ਮਾਰੀ ਸੀ, ਇਹ ਉਸ ਜ਼ਖਮ ਦਾ ਨਿਸ਼ਾਨ ਹੈ। ਸਾਰੀ ਸੰਗਤ ਨੇ ਗਲਤੀ ਦੀ ਮਾਫੀ ਮੰਗੀ। ਉਸ ਨੂੰ ਵੀ ਕਿਹਾ ਭੁੱਲ ਬਖਸ਼ਾ ਲੈ। ਪਹਿਲੀ ਗਲਤੀ ਦੀ ਮਾਫੀ ਲੈਣ ਆਏ, ਹੋਰ ਨਾ ਕਰ ਬੈਠੀਏ। ਉਸ ਨੇ ਭੁੱਲ ਬਖਸ਼ਾਉਣ ਲਈ ਬੇਨਤੀ ਕੀਤੀ ਤਾਂ ਬਾਬਾ ਜੀ ਮਹਾਰਾਜ ਨੇ ਬਚਨ ਕੀਤਾ, ਸਾਡੀ ਕੈਦ ਕੱਟਣੀ ਹੈ ਜਾਂ ਸਰਕਾਰੀ। ਉਸ ਨੇ ਕਿਹਾ, ਜੋ ਤੁਹਾਡਾ ਹੁਕਮ ਹੋਵੇਗਾ ਮੰਨਾਂਗਾ। ਹੁਕਮ ਇਹ ਹੈ ਕਿ 21 ਰਾਤਾਂ ਮਨੋ ਵਾਲੀ ਢਾਬ 'ਤੇ, 21 ਰਾਤਾਂ ਮਹਾਜਨਾਂ ਵਾਲੀ ਮੱਟੀ 'ਤੇ,
21 ਰਾਤਾਂ ਬੇਰੀ ਹੇਠ ਜਿੱਥੇ ਅਸੀਂ ਰਹੇ ਸਾਂ ਪੈਣਾ ਹੈ। ਜੇ ਪਵੇਂਗਾ ਨਹੀਂ ਜਾਂ ਵਿਚਾਲੇ ਛੱਡ ਜਾਵੇਂਗਾ ਤਾਂ ਸਰਕਾਰੀ ਕੈਦ ਹੋ ਜਾਵੇਗੀ। ਸੰਗਤ ਵਿੱਚ ਸਾਰੀਆਂ ਸ਼ਰਤਾਂ ਮੰਨ ਲਈਆਂ, ਸਭ ਨੂੰ ਆਗਿਆ ਮਿਲ ਗਈ। ਉਸ ਨੇ ਪਿੰਡ ਪਹੁੰਚ ਕੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। 10 ਕੁ ਦਿਨਾਂ ਬਾਅਦ ਪਹਿਰਾ ਬੰਦ ਕਰ ਦਿੱਤਾ। ਕੁਝ ਸਮੇਂ ਬਾਅਦ ਇੱਕ ਮਾਮੂਲੀ ਜਿਹੇ ਬਹਾਨੇ ਸਦਕਾ ਕੇਸ ਬਣ ਗਿਆ। ਇਸ ਦੇ ਫੈਸਲੇ ਵਿੱਚ 3 ਮਹੀਨੇ ਦੀ ਕੈਦ ਹੋ ਗਈ। ਇਸ ਤੋਂ ਉਪਰੰਤ ਇਸ ਪਿੰਡ ਦਾ ਕਿਸ਼ਨ ਸਿੰਘ ਘਰ ਤੋਂ ਗੁੱਸੇ ਹੋ ਕੇ ਚਲਾ ਗਿਆ। ਘਰ ਵਾਲਿਆਂ ਨੇ ਬਾਬਾ ਜੀ ਕੋਲ ਫਰਿਆਦ ਕੀਤੀ ਤਾਂ ਹਜ਼ੂਰ ਨੇ ਬਚਨ ਕੀਤਾ ਉਹ ਨਹੀਂ ਮਿਲਦਾ, ਜਿੱਥੇ ਜਾਣਾ ਸੀ ਪਹੁੰਚ ਗਿਆ ਹੈ। ਸੋ ਇਸ ਤਰ੍ਹਾਂ ਮਹਾਂਪੁਰਖਾਂ ਦੀ ਬਰਾਬਰੀ ਮਨ ਨੂੰ ਕਲਪਨਾ ਦੀ ਚਿਖਾ 'ਤੇ ਬਿਠਾਉਣਾ ਹੈ। ਸਤ ਬਚਨ ਦਾ ਅਧਿਕਾਰੀ ਹੀ ਨਿਰੰਕਾਰੀ ਜੋਤ ਦੀਆਂ ਖੁਸ਼ੀਆਂ ਦਾ ਆਨੰਦ ਮਾਣ ਸਕਦਾ ਹੈ। ਇਹ ਪ੍ਰਸੰਗ ਨੱਥਾ ਸਿੰਘ ਸਰੀਏਵਾਲਾ ਨੇ ਲਿਖਾਇਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।